Hello everyone, welcome to my YouTube channel We Love Psychology. I hope all is well. So guys, today I'm going to explain about schizophrenia in detail. Before I start, I want to tell you about this presentation. Actually, this presentation is made by my friend Komal Man. So in this presentation we were talking about what is schizophrenia, what is origin of schizophrenia, and then age of onset, prevalence, causal factors, and DSM-5 criteria, clinical picture, and then last is conclusion. So guys, without wasting any time, we start with our video. So first ਆਪਾਂ ਡਿਸਕਸ ਕਰਦੇ ਹਾਂ ਕਿ ਸਕਿਜ਼ੋਫਰੇਨੀਆ ਕੀ ਹੁੰਦਾ ਹੈ। ਸੋ ਗਾਇਸ, ਜੋ ਸਕਿਜ਼ੋਫਰੇਨੀਆ ਇੱਕ ਸਵੀਅਰ ਡਿਸਆਰਡਰ ਹੁੰਦਾ ਹੈ ਜੋ ਕਿ ਕਿਵੇਂ ਐਸੋਸੀਏਟ ਹੁੰਦਾ ਹੈ ਕਿ ਕਿਵੇਂ ਆਪਣੇ 'ਚ ਡਿਵੈਲਪ ਹੁੰਦਾ, ਤਾਂ ਜਦੋਂ ਆਪਣੇ ਕੋਈ ਵੀ ਮਾਈਂਡ ਦਾ ਜੋ ਆਪਣਾ ਪਾਰਟ ਹੈ ਜਾਂ ਬ੍ਰੇਨ ਦਾ ਪਾਰਟ ਹੈ ਜਦੋਂ ਪ੍ਰੋਪਰ ਫੰਕਸ਼ਨਿੰਗ ਨਾ ਕਰੇ ਤਾਂ ਦਿਨ ਚਾਂਸ ਹੁੰਦੇ ਨੇ ਕਿ ਸਕਿਜ਼ੋਫਰੇਨੀਆ ਡਿਵੈਲਪ ਹੋ ਸਕਦਾ ਆ। ਸੋ ਬੇਸਿਕਲੀ ਇੱਕ ਸੀਰੀਅਸ ਮੈਂਟਲ ਡਿਸਆਰਡਰ ਹੈ ਇਹ, ਜਿਸ ਦੇ ਵਿੱਚ ਕੀ ਹੁੰਦਾ ਨੇ, ਜੋ ਪਰਸਨ ਸਫਰ ਕਰ ਰਿਹਾ ਹੁੰਦਾ ਸਕਿਜ਼ੋਫਰੇਨੀਆ ਦੇ ਨਾਲ, ਉਹ ਜੋ ਰਿਐਲਿਟੀ ਹੈ ਉਹਨੂੰ ਅਬਨੋਰਮਲੀ ਇੰਟਰਪ੍ਰੀਟ ਕਰਦਾ ਹੈ। ਸੋ ਗਾਇਜ਼, ਇਸ ਦੇ ਵਿੱਚ ਕੀ ਹੁੰਦਾ, ਜੋ ਪਰਸਨ ਸਕਿਜ਼ੋਫਰੇਨੀਆ ਨਾਲ ਸਫਰ ਕਰ ਰਹੇ ਹੁੰਦੇ ਨੇ, ਜੋ ਉਹਨਾਂ ਦੀ ਕਲੀਨਿਕਲ ਪਿਕਚਰ ਹੁੰਦੀ ਹੈ ਉਹ ਡਿਫਰੈਂਟ ਹੁੰਦੀ ਹੈ ਵਨ ਪਰਸਨ ਟੂ ਅਨਦਰ। ਸੋ ਬੇਸਿਕਲੀ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਪਰਸਨ ਦਾ ਲੋਸ ਆਫ ਕੰਟੈਕਟ ਹੋ ਜਾਂਦਾ ਵਿਦ ਰਿਐਲਿਟੀ ਦੇ ਨਾਲ, ਉਹਨੂੰ ਆਪਾਂ ਕਹਿੰਦੇ ਹਾਂ ਸਾਈਕੋਸਿਸ। ਸੋ ਗਾਇਜ਼, ਅਗਰ ਆਪਾਂ ਉਹਦੀ ਹਿਸਟਰੀ ਦੀ ਗੱਲ ਕਰੀਏ ਕਿ ਜੋ ਸਕਿਜ਼ੋਫਰੇਨੀਆ ਦਾ ਓਰੀਜਨ ਕਿੱਦਾਂ ਹੋਇਆ, ਸੋ ਬੇਸਿਕਲੀ 1810 ਦੇ ਵਿੱਚ ਜੋਹਨ ਹਸਲੈਮ ਨੇ ਇੱਕ ਪੇਸ਼ੈਂਟ ਨੂੰ ਡਿਸਕਰਾਈਬ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਇੱਕ ਪਰਸਨ ਹੈ ਜਿਸ ਨੂੰ ਕੀ ਹੈ ਵੇਰੀਅਸ ਟਾਈਪ ਦੇ ਸਿੰਪਟਮਸ ਸ਼ੋ ਹੋ ਰਹੇ ਨੇ, ਵੈਰਾਈਟੀ ਆਫ ਸਿੰਪਟਮਸ ਨੇ, ਜਿਹਦੇ ਵਿੱਚ ਡਿਲਿਊਜ਼ਨ ਵੀ ਆਉਂਦਾ ਸੀ ਇੱਕ ਸਿੰਪਟਮ। ਸੋ ਉਹਨਾਂ ਨੇ ਇੱਕ ਨਿਊ ਪੇਸ਼ੈਂਟ ਆਇਆ, ਸਭ ਕੁਛ ਨਵਾਂ ਸੀਗਾ, ਕਿਸੇ ਨੂੰ ਇਸ ਬਾਰੇ ਨਹੀਂ ਨੌਲੇਜ ਸੀਗੀ ਕਿ ਇਸ ਪਰਸਨ ਨੂੰ ਕਿੱਦਾਂ ਦੇ ਸਿੰਪਟਮਸ ਆ ਰਹੇ ਨੇ, ਕਿ ਉਹ ਸਿੰਪਟਮਸ ਕਿਸ ਪ੍ਰੋਬਲਮ ਦੇ ਨੇ। ਸੋ ਇੱਥੋਂ ਜੋ ਰੀਜਨ ਹੋਇਆ ਸੀ, ਸਟਾਰਟ ਹੋ ਗਿਆ ਸੀ ਇੱਕ ਪੇਸ਼ੈਂਟ ਦੇ ਨਾਲ। ਦੈਨ ਇੱਕ ਬੈਂਡਿਕ ਮੋਰਲ ਆਇਆ ਫਿਰ 1960 ਦੇ ਵਿੱਚ। ਉਹਨਾਂ ਨੇ ਡਿਸਕਰਾਈਬ ਕੀਤਾ ਇੱਕ 13 ਈਅਰ ਓਲਡ ਬॉय ਨੂੰ, ਜਿਨ੍ਹਾਂ ਨੇ ਦੱਸਿਆ ਕਿ ਇੱਕ ਜੋ ਇਹ ਚਾਈਲਡ ਸੀਗਾ ਇਹ ਬਹੁਤ ਹੀ ਬ੍ਰਿਲੀਅੰਟ ਸੀਗਾ ਆਪਣੀ ਸਟੱਡੀ ਨੂੰ ਲੈ ਕੇ, ਕਿ ਬਹੁਤ ਇੰਟਰਸਟ ਸੀਗਾ ਸਟੱਡੀਜ਼ ਦੇ ਵਿੱਚ ਅਤੇ ਬਾਕੀ ਕਰੀਕੁਲਮ ਐਕਟੀਵਿਟੀਜ਼ ਦੇ ਵਿੱਚ ਵੀ ਇਹ ਬਹੁਤ ਇੰਟੈਲੀਜੈਂਟ ਸੀਗਾ। ਬਟ ਹੌਲੀ ਹੌਲੀ ਕਿਸੇ ਜਿਹਦਾ ਇੰਟਰਸਟ ਸੀਗਾ ਸਟੱਡੀਜ਼ ਦੇ ਵਿੱਚ ਜਾਂ ਹਰ ਇੱਕ ਐਕਟੀਵਿਟੀ ਦੇ ਵਿੱਚੋਂ ਡਿਕਰੀਜ਼ ਹੁੰਦਾ ਜਾ ਰਿਹਾ ਸੀਗਾ। ਉਹ ਬਹੁਤ ਹੀ ਲੈਥਾਰਜਿਕ ਹੋ ਰਿਹਾ ਸੀਗਾ, ਬੜਾ ਚੁੱਪ ਰਹਿੰਦਾ ਸੀ, ਜੋ ਵੀ ਉਹ ਯਾਦ ਕਰਦਾ ਸੀ ਜਾਂ ਕੁਛ ਵੀ ਪੜ੍ਹਦਾ ਸੀ ਉਹ ਭੁੱਲ ਜਾਂਦਾ ਸੀ ਕਿ ਉਹਨੇ ਕੀ ਕਰਿਆ ਕੀ ਨਹੀਂ, ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਇਸ ਸਭ ਨੂੰ ਵੇਖ ਕੇ ਜੋ ਬੈਂਡਿਕ ਮੋਰਲ ਸੀ ਉਹਨਾਂ ਨੇ ਟਰਮ ਦਿੱਤੀ ਡੈਮੈਂਸ ਪ੍ਰੀਕੌਕ। ਉਸ ਤੋਂ ਬਾਅਦ ਗਾਈਜ਼ ਐਮਿਲ ਕ੍ਰੈਪਲਿਨ 1911 ਦੇ ਵਿੱਚ ਆਏ। ਉਹਨਾਂ ਨੇ ਡਿਸਕਰਾਈਬ ਕੀਤਾ ਇੱਕ ਪੇਸ਼ੈਂਟ ਨੂੰ ਵਿਦ ਡਿਮੈਂਸ਼ੀਆ ਪ੍ਰੀਕੌਕ। ਜੋ ਸੀਗੇ ਬੈਂਡਿਕ ਮੋਰਲ ਸੀਗੇ, ਉਹਨਾਂ ਨੇ ਟਰਮ ਦਿੱਤੀ ਸੀਗੀ ਡਿਮੈਂਸ ਪ੍ਰੀਕੌਕ। ਉਸ ਤੋਂ ਬਾਅਦ ਜੋ ਐਮਿਲ ਕ੍ਰੈਪਲਿਨ ਆਏ, ਉਹਨਾਂ ਨੇ ਟਰਮ ਦਿੱਤੀ ਡਿਮੈਂਸੀਆ ਪ੍ਰੀਕੌਕ। ਇਹਨਾਂ ਨੇ ਦੱਸਿਆ ਕਿ ਜੋ ਪਰਸਨ ਹੁੰਦਾ ਹੈ ਬਹੁਤ ਸਸਪੀਸ਼ੀਅਸ ਹੋ ਜਾਂਦਾ ਹੈ, ਕਿ ਉਸਨੂੰ ਬਹੁਤ ਸ਼ੱਕ ਹੁੰਦਾ ਹੈ ਆਪਣੇ ਨੇਬਰਸ 'ਤੇ ਕਿ ਉਸਨੇ ਮੇਰੇ ਖਾਣੇ ਦੇ ਵਿੱਚ ਕੁਝ ਮਿਲਾ ਤਾ, ਉਹ ਮੈਨੂੰ ਪੁਲਿਸ ਤੋਂ ਗ੍ਰਿਫਤਾਰ ਕਰਵਾ ਦੇਣਗੇ। ਆਪਣੀ ਬੋਡੀ ਨੂੰ ਲੈ ਕੇ ਹੋਰ ਇੱਕ ਅਜੀਬ ਜਿਹੀ ਫੀਲਿੰਗ ਆਉਣਾ, ਕੁਝ ਸੈਂਸੇਸ਼ਨਸ, ਉਹਨਾਂ ਨੂੰ ਜੋ ਚੀਜ਼ ਹੈ ਹੀ ਨਹੀਂ ਉਹਨਾਂ ਨੂੰ ਉਹ ਲੱਗਣਾ। ਅਤੇ ਇਸ ਦੇ ਵਿੱਚ ਉਹਨਾਂ ਨੂੰ ਇੱਦਾਂ ਦੇ ਸ਼ੱਕ ਕਰਨ ਲੱਗ ਗਏ ਸੀਗੇ ਬਹੁਤ ਜ਼ਿਆਦਾ। ਇਸ ਦੇ ਵਿੱਚ ਉਹਨਾਂ ਨੇ ਸਸਪੀਸ਼ੀਅਸ ਦੀ ਮੇਨਲੀ ਫੋਕਸ ਕੀਤਾ ਸੀਗਾ। ਸੋ ਐਮਿਲ ਕ੍ਰੈਪਲਿਨ ਨੇ ਡਿਮੈਂਸ਼ੀਆ ਪ੍ਰੀਕੌਕ ਦੇ ਉੱਪਰ ਫੋਕਸ ਕੀਤਾ ਸੀ। ਸੋ ਫਿਰ ਉਗਨ ਬਲੂਰਰ ਨੇ 1911 ਦੇ ਵਿੱਚ ਗੱਲ ਕੀਤੀ। ਉਹਨਾਂ ਨੇ ਇੱਕ ਟਰਮ ਦਿੱਤੀ ਸਕਿਜ਼ੋਫਰੇਨੀਆ ਦੀ, ਜੋ ਬੇਸਿਕਲੀ ਡਿਸਕਰਾਈਬ ਕੀਤੀ ਸੀ ਬਲੂਰਰ ਨੇ ਇਨ 1911 ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਜੋ ਸਕਿਜ਼ੋਫਰੇਨੀਆ ਇਸ ਦੇ ਵਿੱਚ ਕੀ ਹੁੰਦਾ, ਜੋ ਪਰਸਨ ਦੀ ਡਿਸਆਰਗਨਾਈਜੇਸ਼ਨ ਆਫ ਥਾਟ ਪ੍ਰੋਸੈਸ ਹੋ ਜਾਂਦੀ ਹੈ, ਕਿ ਉਹ ਪ੍ਰੋਪਰ ਆਰਗਨਾਈਜੇਸ਼ਨ ਨਹੀਂ ਕਰ ਪਾਉਂਦਾ ਆਪਣੀ ਥਾਟ ਪ੍ਰੋਸੈਸ ਨੂੰ, ਉਹਦੇ ਵਿੱਚ ਲੈਕ ਆਫ ਕੋਹਰੈਂਸ ਹੋ ਜਾਂਦੀ ਉਹਦੇ ਥਾਟ ਦੇ ਵਿੱਚ, ਇਮੋਸ਼ਨਸ ਦੇ ਵਿੱਚ। ਅਤੇ ਦੈਨ ਫਿਰ ਉਹਦਾ ਕੀ ਹੋ ਜਾਂਦਾ ਕਿ ਰਿਐਲਿਟੀ ਦੇ ਨਾਲ ਉਹਦਾ ਟੱਚ ਟੁੱਟ ਜਾਂਦਾ। ਸੋ ਓਰੀਜਨ ਕਿਸ ਨੇ ਕੀਤਾ ਸੀਗਾ ਸਕਿਜ਼ੋਫਰੇਨੀਆ ਦਾ? ਬਲੂਰਰ ਨੇ 1911 ਦੇ ਵਿੱਚ। ਸੋ ਗਾਇਜ਼, ਉਸ ਤੋਂ ਬਾਅਦ ਅਗਰ ਆਪਾਂ ਇਹਦੀ ਪ੍ਰੀਵੈਲੈਂਸ ਦੀ ਗੱਲ ਕਰੀਏ ਤਾਂ ਐਂਡ ਏਜ ਆਫ ਔਨਸੈਟ ਦੀ ਗੱਲ ਕਰੀਏ ਤਾਂ ਜੋ ਬੇਸਿਕਲੀ ਇਸ ਦੀ ਜੋ ਪ੍ਰੀਵੈਲੈਂਸ ਹੈ ਨਾਰਮਲ ਪੋਪੂਲੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਬਿਲੋ 1% ਹੁੰਦੀ ਹੈ। ਔਰ ਮੇਲ ਟੂ ਫੀਮੇਲ ਰੇਸ਼ੋ ਅਗਰ ਆਪਾਂ ਦੇਖੀ ਜਾਈਏ ਤਾਂ 1.4:1 ਹੁੰਦੀ ਹੈ। ਮੀਨਸ ਫੀਮੇਲ ਸੈਕਸ ਹਾਰਮੋਨ ਜੋ ਹੁੰਦੇ ਨੇ ਉਹ ਪ੍ਰੋਟੈਕਟਿਵ ਰੋਲ ਪਲੇ ਕਰਦੇ ਨੇ। ਮੀਨਸ ਕਿ ਜੋ ਮੇਲਸ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਚਾਂਸਿਸ ਹੁੰਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ ਐਜ਼ ਕੰਪੇਅਰ ਟੂ ਫੀਮੇਲਸ, ਬਿਕੋਜ਼ ਜੋ ਫੀਮੇਲਸ ਦੇ ਵਿੱਚ ਸੈਕਸ ਹਾਰਮੋਨ ਹੁੰਦਾ ਹੈ ਦੈਟ ਇਜ਼ ਐਸਟ੍ਰੋਜਨ, ਉਹ ਇੱਕ ਪ੍ਰੋਟੈਕਟਿਵ ਰੋਲ ਪਲੇ ਕਰਦਾ ਹੈ, ਜਿਸ ਦੀ ਹੈਲਪ ਨਾਲ ਜੋ ਸਕਿਜ਼ੋਫਰੇਨੀਆ ਦੇ ਡਿਵੈਲਪ ਹੋਣ ਦੇ ਚਾਂਸਿਸ ਘੱਟ ਜਾਂਦੇ ਨੇ। ਸੋ ਜੋ ਏਜ ਆਫ ਔਨਸੈਟ ਸਕਿਜ਼ੋਫਰੇਨੀਆ ਕੀ ਕਦੋਂ ਡਿਵੈਲਪ ਹੋ ਸਕਦਾ, ਕਿਸ ਏਜ ਦੇ ਵਿੱਚ ਹੋ ਸਕਦਾ, ਤਾਂ ਬੇਸਿਕਲੀ ਗਾਈਜ਼ ਇਹ ਲੇਟ ਅਡੋਲੈਸੈਂਸ ਦੇ ਵਿੱਚ ਹੁੰਦਾ ਅਤੇ ਤੋਂ ਲੈ ਕੇ ਅਰਲੀ ਅਡਲਟਹੁੱਡ ਦੇ ਵਿੱਚ ਇਹਦੇ ਚਾਂਸਿਸ ਹੁੰਦੇ ਨੇ। ਮੀਨਸ 18 to 30 ਈਅਰਸ ਆਫ ਏਜ ਦੇ ਵਿੱਚ ਇਹ ਕਦੋਂ ਵੀ ਡਿਵੈਲਪ ਹੋ ਸਕਦਾ ਹੈ। ਸੋ ਗਾਇਜ਼, ਉਸ ਤੋਂ ਬਾਅਦ ਇਹਦਾ DSM-5 ਕ੍ਰਾਈਟੀਰੀਆ ਕੀ ਹੈ ਸਕਿਜ਼ੋਫਰੇਨੀਆ ਦਾ। ਸੋ ਫਸਟ ਹੈ ਡਿਲਿਊਜ਼ਨ।
ਇਸ ਦੇ ਵਿੱਚ ਸਿੰਪਟਮਸ ਆਉਂਦੇ ਨੇ ਡਿਲੂਜ਼ਨ ਹੋ ਗਿਆ, ਹੈਲੂਸੀਨੇਸ਼ਨਸ, disorganized behavior, disorganized speech, negative symptoms, continuous signs of disturbance persist for at least 6 months. The disturbance should not be a result of any physiological cause. ये अपना जो DSM-5 criteria for schizophrenia. ਸੋ ਗਾਇਜ਼ ਅਗਰ ਆਪਾਂ ਇਸੇ ਕਲੀਨਿਕਲ ਪਿਕਚਰ ਦੀ ਗੱਲ ਕਰੀਏ ਕਿ ਸਿੰਪਟਮਸ ਆਉਂਦੇ ਨੇ ਸਕਿਜ਼ੋਫਰੇਨੀਆ ਦੇ, ਸੋ ਬੇਸਿਕ ਜੋ ਸਿੰਪਟਮਸ ਹੁੰਦੇ ਨੇ ਸਕਿਜ਼ੋਫਰੇਨੀਆ ਦੇ ਉਹ ਹੈਗੇ ਨੇ ਡਿਲੂਜ਼ਨ, ਹੈਲੂਸੀਨੇਸ਼ਨਸ, ਡਿਸਆਰਗੇਨਾਈਜ਼ਡ ਬਿਹੇਵੀਅਰ, ਡਿਸਆਰਗੇਨਾਈਜ਼ਡ ਸਪੀਚ ਐਂਡ ਨੈਗੇਟਿਵ ਸਿੰਪਟਮਸ। ਹੁਣ ਆਪਾਂ ਇਨ ਸਾਰੇ ਸਿੰਪਟਮਸ ਨੂੰ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਸੋ ਪਹਿਲਾਂ ਗਾਇਜ਼ ਆ ਜਾਂਦਾ ਕਿ ਵਾਟ ਇਜ਼ ਡਿਲੂਜ਼ਨ, ਕਿ ਡਿਲੂਜ਼ਨ ਦੇ ਵਿੱਚ ਕੀ ਹੁੰਦਾ। ਸੋ ਬੇਸਿਕਲੀ ਗਾਇਜ਼ ਜੋ ਡਿਲੂਜ਼ਨ ਹੈ ਇਹ ਲੈਟਿਨ ਦੇ ਵਰਡ ਤੋਂ ਲਿਡੇਰੀ ਤੋਂ ਆਇਆ ਸੀਗਾ, ਜਿਹਦਾ ਮਤਲਬ ਹੈ ਟੂ ਪਲੇ, ਮੀਨਸ ਆਪਣੇ ਜੋ ਮਾਈਂਡਸ ਨਾਲ ਟ੍ਰਿਕ ਪਲੇ ਕਰਨਾ। ਸੋ ਗਾਇਜ਼ ਇਸ ਦੇ ਵਿੱਚ ਕੀ ਹੁੰਦਾ ਹੈ, ਬੇਸਿਕਲੀ ਜੋ ਡਿਲੂਜ਼ਨ ਹੁੰਦੇ ਨੇ ਇਸ ਦੇ ਵਿੱਚ ਕੀ ਹੁੰਦਾ, ਡਿਸਟਰਬੈਂਸ ਹੋ ਜਾਂਦੀ ਹੈ ਆਪਣੇ ਪ੍ਰੋਪਰਟੀਜ਼ ਨੇਚਰ ਦੇ ਵਿੱਚ। ਜਿਹੜਾ ਆਪਣਾ ਕੰਟੈਂਟ ਆਫ ਥਾਟਸ ਹੁੰਦਾ ਉਸ ਦੇ ਵਿੱਚ ਕੀ ਆ ਜਾਂਦੀ, ਡਿਸਟਰਬੈਂਸ ਕ੍ਰੀਏਟ ਹੋਣ ਲੱਗ ਜਾਂਦੀਆਂ ਨੇ। ਜੋ ਆਪਣੇ ਬਲੀਫਸ ਹੁੰਦੇ ਨੇ, ਸੋਸ਼ਲ ਰਿਲੀਜਨਸ ਐਂਡ ਕਲਚਰਸ ਬੈਕਗਰਾਊਂਡ ਆ ਟੋਟਲੀ ਡਿਸਟਰਬ ਹੋ ਜਾਂਦੇ ਨੇ। ਉਹ ਆਪਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਆਪਣੇ ਸੋਸ਼ਲ ਬਲੀਫਸ ਨੇ, ਕਿ ਆਪਣੇ ਕਿਸੇ ਚੀਜ਼ ਨੂੰ ਲੈ ਕੇ ਆਪਣੇ ਕੀ ਥਾਟਸ ਨੇ, ਰਾਈਟ। ਜੋ ਆਪਣੇ ਬੇਸਿਕਲੀ ਜੋ ਆਪਣੇ ਥਾਟਸ ਨੇ ਉਹ ਟੋਟਲੀ ਡਿਸਟਰਬ ਹੋ ਜਾਂਦੇ ਨੇ। ਸੋ ਗਾਇਜ਼ ਜੋ ਇੱਕ ਡਿਲੂਜ਼ਨ ਉਹੀ ਇੱਕ ਫਿਕਸਡ ਫਰਮ ਬਲੀਫਸ ਹੁੰਦੇ ਨੇ ਆਪਣੇ। ਸੈਕੰਡਲੀ ਡਿਲੂਜ਼ਨ ਦੇ ਵਿੱਚ ਕੀ ਹੁੰਦਾ ਕਿ ਆਪਣੇ ਡਿਸਟਰਬੈਂਸ ਆਫ ਕੰਟੈਂਟ ਆਫ ਥਾਟਸ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਹੋ ਜਾਂਦੀ ਹੈ। ਸੋ ਬੇਸਿਕਲੀ ਗਾਇਜ਼ ਇਸ ਦੇ ਵਿੱਚ ਕੀ ਹੁੰਦਾ, ਜੋ ਪਰਸਨ ਸਕਿਜ਼ੋਫਰੇਨੀਆ ਹੈ ਉਸ ਦੇ ਡਿਲੂਜ਼ਨ ਦੇ ਜੋ 90% ਸਿੰਪਟਮਸ ਹੁੰਦੇ ਨੇ ਉਹ ਸ਼ੋ ਹੁੰਦੇ ਨੇ। ਉਸ ਤੋਂ ਬਾਅਦ ਫਰਦਰ ਟਾਈਪਸ ਆਫ ਡਿਲੂਜ਼ਨ ਕਿਹੜੇ ਆ ਜਾਂਦੇ ਨੇ, ਬੇਸਿਕਲੀ 7 ਟਾਈਪਸ ਹੁੰਦੇ ਨੇ। ਡਿਲੂਜ਼ਨ ਆਫ ਰੈਫਰੈਂਸ, delusion of precisions, delusion of infidelity, broadcasting, thought insertion, delusion of bodily changes, and the last is delusion of grandeur. So guys ਅਗਰ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਮੈਂ ਥੋੜ੍ਹਾ ਦੱਸਦੀ ਹਾਂ, ਐਕਸਪਲੇਨ ਕਰਦੀ ਹਾਂ ਕਿ what is delusion of reference। ਸੋ ਇਸ ਦੇ ਵਿੱਚ ਕੀ ਹੁੰਦਾ ਗਾਇਜ਼, ਜੋ ਪਰਸਨ ਸਫਰ ਹੁੰਦਾ ਹੈ, ਜਿਸ ਨੂੰ ਡਿਲੂਜ਼ਨ ਆਫ ਰੈਫਰੈਂਸਿਸ ਆਉਂਦੇ ਨੇ, ਉਸ ਨੂੰ ਲੱਗਦਾ ਹੈ ਕਿ ਮੈਨੂੰ ਕਿਸੇ ਨਾ ਕਿਸੇ ਸੋਰਸ ਤੋਂ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ। ਫੋਰ ਐਗਜ਼ਾਮਪਲ ਅਗਰ TV 'ਤੇ ਕੋਈ ਨਿਊਜ਼ ਚੱਲ ਰਹੀ ਹੈ ਤਾਂ ਉਸਨੂੰ ਲੱਗ ਰਿਹਾ ਕਿ ਸਿਰਫ ਇਹ ਮੈਨੂੰ ਹੀ ਸ਼ੋਅ ਕੀਤੀ ਜਾ ਰਹੀ ਹੈ, ਇਹ ਮੇਰੇ ਲਈ ਇਹ ਨਿਊਜ਼ ਸ਼ੋਅ ਕੀਤੀ ਜਾ ਰਹੀ ਹੈ ਕਿ ਮੈਂ ਇਹ ਕੰਮ ਕਰਾਂ, ਇਹ ਸਿਰਫ ਮੈਨੂੰ ਹੀ ਰਿਪਰੈਜ਼ੈਂਟ ਕਰ ਰਹੀ ਹੈ। ਸੋ ਜੋ ਵੀ ਚੀਜ਼ ਹੁੰਦੀ ਹੈ ਉਹ ਆਪਣੇ ਆਪ 'ਤੇ ਲਗਾ ਲੈਂਦਾ ਕਿ ਹਰ ਇੱਕ ਸੋਰਸ ਮੈਨੂੰ ਇਨਫੋਰਮੇਸ਼ਨ ਦੇ ਰਿਹਾ। ਸੋ ਉਸ ਤੋਂ ਬਾਅਦ ਡਿਲੂਜ਼ਨ ਆਫ ਪ੍ਰੈਸੈਪਸ਼ਨਸ ਦੇ ਵਿੱਚ ਕੀ ਹੁੰਦਾ ਹੈ, ਉਹ ਚਾਹੁੰਦਾ ਹੈ ਕਿ ਮੈਨੂੰ ਕੋਈ ਹਾਰਮ ਕਰ ਦੂਗਾ, ਮੈਨੂੰ ਕੋਈ ਹਾਰਮ ਕਰਨਾ ਚਾਹੁੰਦਾ ਹੈ, ਮੇਰੇ ਨੇਬਰਸ ਮੈਨੂੰ ਮਾਰਨਾ ਚਾਹੁੰਦੇ ਨੇ, ਉਹਨੂੰ ਇੱਦਾਂ ਦੇ ਡਿਲੂਜ਼ਨਸ ਆਉਂਦੇ ਨੇ। ਉਸ ਤੋਂ ਬਾਅਦ ਡਿਲੂਜ਼ਨ ਆਫ ਇਨਫਿਡੈਲਿਟੀ ਦੇ ਵਿੱਚ ਕੀ ਹੁੰਦਾ ਹੈ, ਉਸਨੂੰ ਆਪਣੇ ਸਪਾਊਸ ਨੂੰ ਲੈ ਕੇ ਬਹੁਤ ਸ਼ੱਕ ਹੁੰਦਾ, ਉਹ ਆਪਣੀ ਸਪਾਊਸ 'ਤੇ ਟਰਸਟ ਨਹੀਂ ਕਰਦਾ। ਉਸਨੂੰ ਲੱਗਦਾ ਰਹਿੰਦਾ ਕਿ ਜੋ ਮੇਰਾ ਸਪਾਊਸ ਆ ਉਹ ਮੈਨੂੰ ਚੀਟ ਕਰ ਰਿਹਾ, ਮੇਰੇ ਨਾਲ ਉਹ ਮੈਨੂੰ ਧੋਖਾ ਦੇ ਰਿਹਾ। ਉਹਨੂੰ ਇੱਦਾਂ ਦੇ ਜੋ ਸਿੰਪਟਮਸ, ਇੱਦਾਂ ਦੇ ਜੋ ਬਲੀਫਸ ਉਹਨੂੰ ਆਉਂਦੇ ਨੇ, ਥਾਟਸ ਆਉਂਦੇ ਨੇ। ਸੋ ਉਸ ਤੋਂ ਬਾਅਦ ਆ ਜਾਂਦਾ ਬਰੋਡਕਾਸਟਿੰਗ। ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਪਰਸਨ ਹੁੰਦੇ ਨੇ ਉਹਨੂੰ ਲੱਗਦਾ ਕਿ ਜੋ ਮੇਰੇ ਥਾਟਸ ਨੇ ਉਹ ਕੋਈ ਹੋਰ ਪਰਸਨ ਸਮਝ ਰਿਹਾ, ਕਿ ਜੋ ਮੈਂ ਸੋਚਦਾ ਉਹ ਪਹਿਲਾਂ ਹੀ ਕਿਸੇ ਹੋਰ ਨੂੰ ਪਤਾ ਲੱਗ ਜਾਂਦੇ ਨੇ। ਉਸਨੂੰ ਇੱਦਾਂ ਦੇ ਸਿੰਪਟਮਸ ਸ਼ੋ ਹੋਣੇ ਲੱਗ ਜਾਂਦੇ ਨੇ ਕਿ ਹਾਂ ਕਿ ਮੈਂ ਇਹ ਸੋਚਿਆ ਬਟ ਇਹ ਵਾਲਾ ਪਰਸਨ ਨੇ ਪਹਿਲਾਂ ਕਰਤਾ, ਉਸਨੇ ਪਹਿਲਾਂ ਹੀ ਇਹ ਚੀਜ਼ ਸੋਚ ਲਈ, ਮੇਰੇ ਮਨ ਦੀ ਗੱਲ ਜੋ ਸੀ ਉਹ ਦੂਸਰੇ ਪਰਸਨ ਨੂੰ ਪਤਾ ਲੱਗ ਰਹੀ ਹੈ ਕਿ ਮੈਂ ਕੀ ਸੋਚ ਰਿਹਾ। ਸੋ ਬਰੋਡਕਾਸਟਿੰਗ ਦੇ ਵਿੱਚ ਇੱਦਾਂ ਦੇ ਸਿੰਪਟਮਸ ਆਉਂਦੇ ਨੇ। ਸੋ ਥਾਟਸ ਐਂਡ ਸੈਕਸ਼ਨ ਦੇ ਵਿੱਚ ਕੀ ਹੁੰਦਾ, ਇਹਦਾ ਵਾਈਸ ਵਰਸਾ ਹੁੰਦਾ ਬਰੋਡਕਾਸਟਿੰਗ ਦਾ। ਇਸ ਦੇ ਵਿੱਚ ਕੀ ਹੁੰਦਾ ਕਿ ਜੋ ਪੇਸ਼ੈਂਟ ਹੁੰਦਾ ਉਹਨੂੰ ਲੱਗਦਾ ਹੈ ਕਿ ਮੈਂ ਕਿਸੇ ਪਰਸਨ ਦੇ ਥਾਟਸ ਮੈਂ ਸੁਣ ਸਕਦਾ ਹੈ, ਕਿ ਉਹ ਜੋ ਕੁਛ ਕਰਨਾ ਚਾਹੁੰਦਾ ਮੈਨੂੰ ਪਤਾ ਲੱਗਦਾ ਹੈ ਕਿ ਉਹ ਕੀ ਕਰਨਾ ਚਾਹੁੰਦਾ ਕਿ ਨਹੀਂ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਦੂਸਰਾ ਪਰਸਨ ਹੁੰਦਾ ਹੈ ਉਹਦੇ ਥਾਟਸ ਮੈਨੂੰ ਸੁਣ ਰਹੇ ਨੇ ਕਿ ਉਹ ਕੀ ਕਰਨਾ ਚਾਹੁੰਦਾ ਕਿ ਨਹੀਂ, ਮੈਂ ਪਹਿਲਾਂ ਹੀ ਉਸ ਤੋਂ ਕਰ ਦੇਣੇ ਆ। ਬਟ ਬਰੋਡਕਾਸਟਿੰਗ ਦੇ ਵਿੱਚ ਕੀ ਹੁੰਦਾ ਕਿ ਮੇਰੇ ਥਾਟਸ ਕੋਈ ਸੁਣ ਰਿਹਾ। ਉਸ ਤੋਂ ਬਾਅਦ ਡਿਲੂਜ਼ਨ ਆਫ ਬੋਡੀ ਚੇਂਜਸ ਦੇ ਵਿੱਚ ਕੀ ਹੁੰਦਾ, ਉਸ ਪਰਸਨ ਨੂੰ ਲੱਗਦਾ ਹੈ ਕਿ ਜੋ ਮੇਰੀ ਸੋਲ ਹੈ ਉਹ ਟੋਟਲੀ ਚੇਂਜ ਹੋ ਗਈ ਹੈ, ਕਿ ਮੇਰੇ ਦੇ ਵਿੱਚ ਕੋਈ ਆਤਮਾ ਆ ਗਈ ਹੈ ਜੋ ਮੈਥੋਂ ਇਹ ਕੰਮ ਕਰਵਾ ਰਹੀ ਹੈ, ਕਿ ਮੈਂ ਇੱਦਾਂ ਦਾ ਹੈ ਨਹੀਂ ਹੈ, ਮੈਂ ਬੁਰਾ ਨਹੀਂ ਹੈਗਾ, ਬਟ ਮੇਰੇ 'ਚ ਕੋਈ ਹੈ ਜੋ ਮੈਨੂੰ ਕਹਿੰਦਾ ਕਿ ਤੂੰ ਇਹ ਕੰਮ ਕਰ। ਕਿ ਉਸਨੂੰ ਆਪਣੀ ਬੋਡੀ ਦੇ ਵਿੱਚ ਚੇਂਜਸ ਲੱਗਣ ਲੱਗ ਜਾਂਦੇ ਨੇ। ਉਸਨੂੰ ਲੱਗਦਾ ਕਿ ਮੇਰਾ ਨੱਕ ਬਹੁਤ ਵੱਡਾ ਹੋ ਗਿਆ ਹੈ, ਰਾਈਟ, ਮੇਰੇ ਕੰਨ ਵੱਡੇ ਹੋ ਗਏ ਨੇ, ਕਿ ਉਸਨੂੰ ਆਪਣੀ ਬੋਡੀ ਦੇ ਵਿੱਚ ਚੇਂਜਸ ਹੋਣੇ ਸ਼ੁਰੂ ਲੱਗ ਜਾਂਦੇ ਨੇ ਕਿ ਹਾਂ ਮੇਰੀ ਬੋਡੀ ਦੇ ਵਿੱਚ ਕੁਝ ਚੇਂਜਸ ਆ ਰਹੇ ਨੇ। ਉਸ ਤੋਂ ਬਾਅਦ ਡਿਲੂਜ਼ਨ ਆਫ ਕੈਂਡਿਓਰ ਦੇ ਵਿੱਚ ਕੀ ਹੁੰਦਾ ਹੈ ਕਿ ਮੈਂ ਸੁਪਰ ਪਾਵਰਸ ਨੇ ਮੇਰੇ ਕੋਲ, ਕਿ ਮੈਂ ਸੁਪਰ ਪਾਵਰਸ ਨਾਲ ਕੁਛ ਵੀ ਕੰਟਰੋਲ ਕਰ ਲੈਣਾ। ਮੈਨੂੰ ਇੱਕ ਸਪੈਸ਼ਲ ਮਿਸ਼ਨ ਮਿਲਿਆ ਹੋਇਆ ਜੋ ਕਿ ਮੈਂ ਆਪਣੀ ਸੁਪਰ ਪਾਵਰਸ ਨਾਲ ਕੰਟਰੋਲ ਕਰਨਾ ਹੈ। ਇੱਥੇ ਕੈਂਡਿਓਰ ਦੇ ਵਿੱਚ ਇੱਕ ਸਿਕਿਉਰਿਟੀ ਆ ਜਾਂਦੀ ਹੈ ਕਿ ਮੇਰੇ ਕੋਲ ਇੱਕ ਸੁਪਰ ਪਾਵਰ ਹੈ, ਮੈਂ ਉਸ ਨਾਲ ਕੁਛ ਵੀ ਕਰ ਸਕਦਾ। ਸੋ ਇੱਦਾਂ ਦੇ ਜੋ ਡਿਲੂਜ਼ਨ ਦੇ ਸਿੰਪਟਮਸ ਹੁੰਦੇ ਨੇ ਉਹ ਪਰਸਨ ਨੂੰ ਸ਼ੋ ਹੋਣ ਲੱਗ ਜਾਂਦੇ ਨੇ। ਜੋ ਟਾਈਪਸ ਆਫ ਡਿਲੂਜ਼ਨ ਹੁੰਦੇ ਨੇ ਕਿ ਕਿੱਦਾਂ ਦੇ, ਇਹਨਾਂ 'ਚੋਂ ਕੋਈ ਵੀ ਇੱਕ ਵੀ ਆ ਸਕਦਾ ਹੈ, ਔਰ 2 3 4 5 ਕਿਤਨੇ ਵੀ ਜੋ ਸਿੰਪਟਮਸ ਨੇ ਉਹ ਇਹਨਾਂ ਨੂੰ ਆ ਸਕਦੇ ਨੇ।
ਉਸ ਤੋਂ ਬਾਅਦ ਗਾਇਸ ਹੈਲੂਸੀਨੇਸ਼ਨਸ ਆ ਜਾਂਦੇ ਨੇ ਕਿ ਹੈਲੂਸੀਨੇਸ਼ਨਸ ਕੀ ਹੁੰਦੇ ਨੇ। ਸੋ ਜੋ ਹੈਲੂਸੀਨੇਸ਼ਨ ਹੈ ਇੱਕ ਸੈਂਸਰੀ ਐਕਸਪੀਰੀਅੰਸ ਹੁੰਦਾ ਜੋ ਸੇਮਸ ਹੁੰਦਾ ਹੈ ਰੀਲ ਟੂ ਦ ਪਰਸਨ ਹੈਵਿੰਗ ਇਟ ਬਟ ਅਕਰਸ ਇਨ ਦ ਐਬਸੈਂਸ ਆਫ ਐਨੀ ਐਕਸਟਰਨਲ ਪਰਸੈਪਸ਼ਨ ਸਟਿਮੂਲਸ। ਸੋ ਇਹਦੇ ਵਿੱਚ ਕੀ ਹੁੰਦਾ ਗਾਇਸ, ਉਹਦੇ ਨਾ ਜੋ ਪਰਸਨ ਹੈਲੂਸੀਨੇਸ਼ਨਸ ਨੂੰ ਜਿਹਨੂੰ ਆਉਂਦੇ ਨੇ ਫਾਸਟ ਪਰਸੈਪਸ਼ਨ ਹੋ ਜਾਂਦੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਜਾਂ ਕਿਸੇ ਵੀ ਇਨਵਾਇਰਨਮੈਂਟ ਨੂੰ ਲੈ ਕੇ, ਉਹ ਕੁਝ ਵੀ ਪ੍ਰੋਪਰ ਵੇ ਦੀ ਸੋਚ ਹੀ ਨਹੀਂ ਪਾਉਂਦਾ। ਜੋ ਬੇਸਿਕਲੀ ਜੋ ਵਰਡ ਹੈਲੂਸੀਨੇਸ਼ਨ ਹੈ ਇਹ ਲੈਟਿਨ ਦੇ ਵਰਡ ਹੈਲੂਸੀਨੀਰਾ ਅਤੇ ਐਲੂਸੀਨੀਰਾ ਤੋਂ ਡਿਵੈਲਪ ਹੋਇਆ ਸੀ, ਜਿਹਦਾ ਮਤਲਬ ਵੰਡਰ ਇਨ ਮਾਈਂਡ ਜਾਂ ਆਈਡੀਅਲ ਟਾਕ, ਯਾਨੀ ਕਿ ਬੇਕਾਰ ਗੱਲਾਂ ਕਰੀ ਜਾਣੀਆਂ ਜਿਸ ਦਾ ਕੋਈ ਮਤਲਬ ਹੀ ਨਹੀਂ ਹੈ। ਰਿਐਲਿਟੀ ਦੇ ਵਿੱਚ ਕੁਛ ਵੀ ਨਹੀਂ ਇੱਦਾਂ ਦਾ ਹੈਗਾ, ਬਟ ਉਹ ਇੰਟਰਪ੍ਰੇਟ ਕਰਦੇ ਨੇ ਕਿ ਹਾਂ ਮੈਂ ਕਿਸੇ ਪਰਸਨ ਨਾਲ ਗੱਲਾਂ ਕਰ ਰਿਹਾ, ਮੈਨੂੰ ਕੁਛ ਇੱਦਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ। ਸੋ ਬੇਸਿਕਲੀ ਹੈਲੂਸੀਨੇਸ਼ਨ ਦੇ ਵਿੱਚ ਇੱਦਾਂ ਦਾ ਕੁਛ ਹੁੰਦਾ। ਸੋ ਅਗਰ ਆਪਾਂ ਗੱਲ ਕਰੀਏ ਹੈਲੂਸੀਨੇਸ਼ਨ ਜੋ ਮੇਨਲੀ ਜੋ ਪੋਸੀਬਿਲਿਟੀਜ਼ ਹੁੰਦੀਆਂ ਨੇ ਹੈਲੂਸੀਨੇਸ਼ਨ ਦੇ ਵਿੱਚ ਜੋ ਕਿੱਦਾਂ ਦੀ ਹੋ ਸਕਦੀਆਂ ਨੇ। ਸੋ ਬੇਸਿਕਲੀ ਆਪਣੇ ਕੋਲ ਆਡੀਟਰੀ ਹੈਲੂਸੀਨੇਸ਼ਨ ਦੇ ਜੋ ਚਾਂਸਿਸ ਹੁੰਦੇ ਨੇ ਜੋ ਲੋਕਾਂ ਨੂੰ ਪੇਸ਼ੈਂਟ ਸਫਰ ਕਰਦੇ ਨੇ ਉਹ 75% ਹੁੰਦੇ ਨੇ ਜੋ ਪੇਸ਼ੈਂਟ ਆਡੀਟਰੀ ਹੈਲੂਸੀਨੇਸ਼ਨ ਦੇ ਨਾਲ ਸਫਰ ਕਰਦੇ ਨੇ। ਦੈਨ ਵਿਜ਼ੂਅਲ ਹੈਲੂਸੀਨੇਸ਼ਨ ਦੇ ਨਾਲ 39% ਲੋਕ ਸਫਰ ਕਰਦੇ ਨੇ ਐਂਡ ਆਲਫੈਕਟਰੀ ਐਂਡ ਟੈਕਟਾਈਲ ਐਂਡ ਗਸਟਰੀ ਹੈਲੂਸੀਨੇਸ਼ਨ ਦੇ ਨਾਲ 1 to 7% ਲੋਕ ਸਫਰ ਕਰਦੇ ਨੇ। ਸੋ ਇੱਕ ਸਟੱਡੀ ਹੋਈ ਸੀ ਜਿਨ੍ਹਾਂ ਵਿੱਚ ਸ਼ੋਅ ਕੀਤਾ ਗਿਆ ਸੀ, ਕਹਿੰਦੇ ਜੋ ਡੈਫ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਉਹ ਵੀ ਸਕਿਜ਼ੋਫਰੇਨੀਆ ਨੂੰ ਕਿਤੇ ਨਾ ਕਿਤੇ ਆਪਣੀ ਲਾਈਫ ਦੇ ਵਿੱਚ ਆਡੀਟਰੀ ਹੈਲੂਸੀਨੇਸ਼ਨ ਉਹਨਾਂ ਨੂੰ ਸ਼ੋਅ ਹੁੰਦੀਆਂ ਨੇ ਕਿ ਆਵਾਜ਼ਾਂ ਸੁਣਦੇ ਨੇ। ਸੋ ਗਾਇਜ਼ ਜੋ ਸੈਕਿੰਡ ਪੁਆਇੰਟ ਹੈ ਇਸ ਦੇ ਵਿੱਚ ਦੱਸਿਆ ਗਿਆ ਕਿ ਜੋ ਪੇਸ਼ੈਂਟ ਸਫਰ ਕਰਦੇ ਨੇ ਸਕਿਜ਼ੋਫਰੇਨੀਆ ਦੇ ਨਾਲ ਉਹਨਾਂ ਨੂੰ ਜੋ ਵੀ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਉਹ ਉਸ ਦੇ ਰਿਲੇਟਡ ਹੀ ਕੰਮ ਕਰਦੇ ਨੇ। ਉਸਨੂੰ ਲੱਗਦਾ ਕਿ ਸਾਨੂੰ ਸੁਣਾਈ ਦੇ ਰਹੇ ਨੇ, ਸਾਡਾ ਇੱਕ ਮੋਟਿਵ ਹੈ, ਸਾਨੂੰ ਇੱਕ ਸਾਡੇ ਜੋ ਸਾਡੇ ਗੁਰੂ ਨੇ ਜਾਂ ਕੁਝ ਵੀ ਜੋ ਮੈਨੂੰ ਮੇਰੇ ਫਰੈਂਡ ਹੈ ਜਾਂ ਜੋ ਵੀ ਨਹੀਂ ਹੈ ਉਸਨੂੰ ਜਿੱਦਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਉੱਦਾਂ ਦਾ ਹੀ ਰਿਐਕਟ ਕਰਦੇ ਨੇ। ਸੋ ਉਸ ਤੋਂ ਬਾਅਦ ਕੀ ਆ ਜਾਂਦਾ ਹੈ, ਇੱਕ ਸਟੱਡੀ ਨੇ ਸ਼ੋਅ ਕੀਤਾ ਹੈ ਕਿ ਜੋ ਹੈਲੂਸੀਨੇਟਿੰਗ ਪੇਸ਼ੈਂਟਸ ਹੁੰਦੇ ਨੇ ਉਹ ਜੋ ਚਾਂਸਿਸ ਨੇ ਹੈਲੂਸੀਨੇਸ਼ਨ ਦੇ ਉਦੋਂ ਹੁੰਦੇ ਨੇ ਜਦੋਂ ਇੱਕ ਬਰੋਕਾ ਏਰੀਆ ਜੋ ਆਪਣਾ ਇੱਕ ਬ੍ਰੇਨ ਦਾ ਪਾਰਟ ਹੈ ਉਸ ਦੇ ਵਿੱਚ ਜੋ ਐਕਟੀਵਿਟੀ ਇਨਕਰੀਜ਼ ਹੋ ਜੇ ਦੈਨ ਦ ਚਾਂਸ ਆਫ ਹੈਲੂਸੀਨੇਸ਼ਨ ਇਨਕਰੀਜ਼ ਹੋ ਜਾਂਦੇ ਨੇ। ਟਾਈਪ ਹੈ ਉਹ ਹੈ ਡਿਸਆਰਗਨਾਈਜ਼ਡ ਸਪੀਚ। ਸੋ ਇਸ ਦੇ ਵਿੱਚ ਕੀ ਹੁੰਦਾ ਜੋ ਪਰਸਨ ਦਾ ਥਾਟਸ ਆਫ ਫਾਰਮੇਸ਼ਨਸ ਹੁੰਦੀਆਂ ਨੇ ਉਹ ਡਿਸਟਰਬ ਹੋ ਜਾਂਦੀਆਂ ਨੇ, ਉਸਨੂੰ ਪ੍ਰੋਪਰ ਪਤਾ ਨਹੀਂ ਲੱਗਦਾ ਕਿ ਉਹ ਕੀ ਕਹਿਣਾ ਚਾਹ ਰਿਹਾ ਹੈ, ਕਿ ਉਹ ਸੈਂਟੈਂਸ ਫਾਰਮੇਸ਼ਨ ਕਰਨਾ ਚਾਹੁੰਦਾ ਪ੍ਰੋਪਰਲੀ ਨਹੀਂ ਕਰ ਪਾਉਂਦਾ। ਸੋ ਇਨ ਡਿਸਆਰਗਨਾਈਜ਼ਡ ਸਪੀਚ ਦੇ ਵਿੱਚ ਕੀ ਹੁੰਦਾ ਤੇ ਵਰਡ ਕੰਬੀਨੇਸ਼ਨ ਦੀ ਸਾਊਂਡ ਕਮਿਊਨੀਕੇਟ ਹੁੰਦੀ ਹੈ ਬਟ ਜੋ ਲਿਸਨਰ ਹੁੰਦਾ ਹੈ ਉਸਨੂੰ ਨਹੀਂ ਸਮਝ ਆਉਂਦਾ ਕਿ ਜੋ ਪਰਸਨ ਸਪੀਕ ਕਰ ਰਿਹਾ ਉਹ ਕੀ ਕਹਿਣਾ ਚਾਹ ਰਿਹਾ, ਉਹਨੂੰ ਕੁਛ ਵੀ ਸਮਝ ਨਹੀਂ। ਸੋ ਇਸ ਤੋਂ ਬਾਅਦ ਜੋ ਟਾਈਪਸ ਆਫ ਡਿਸਆਰਗਨਾਈਜ਼ਡ ਸਪੀਚ ਹੁੰਦੇ ਨੇ ਉਸ ਦੇ ਵਿੱਚ ਡੀਰੇਲਮੈਂਟ ਆ ਜਾਂਦੀ ਹੈ। ਡੀਰੇਲਮੈਂਟ ਮੀਨਸ ਕਿ ਜੋ ਪਰਸਨ ਦੇ ਥਾਟਸ ਦੀ ਜੋ ਪ੍ਰੋਸੈਸ ਹੁੰਦੀ ਬਹੁਤ ਹੀ ਫਾਸਟ ਹੁੰਦੀ ਹੈ, ਸੋ ਉਹ ਵਰਡਸ ਦੇ ਵਿੱਚ ਸਕਿਪ ਕਰ ਦਿੰਦਾ ਹੈ, ਇੱਕ ਟੌਪਿਕ ਤੋਂ ਅਨਦਰ ਟੌਪਿਕ 'ਤੇ ਜੰਪ ਕਰ ਜਾਂਦਾ ਹੈ। ਵਰਡ ਸੈਲਡ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਪਰਸਨ ਦੀ ਜੋ ਵਰਡ ਸੈਂਟੈਂਸ ਹੁੰਦੀ ਹੈ ਉਹਦੇ ਵਰਡਸ ਹੁੰਦੇ ਨੇ ਉਸਦਾ ਪੂਰਾ ਸੈਲਡ ਬਣਾ ਦਿੰਦਾ ਹੈ ਕਿ 2-3 ਵਰਡਸ ਦੇ ਸੈਂਟੈਂਸ ਹੁੰਦੇ ਨੇ ਉਹਨਾਂ ਨੂੰ 1-3-4 ਵਰਡਸ ਦੇ ਵਿੱਚ ਕੰਪਲੀਟ ਕਰ ਦਿੰਦਾ ਹੈ। ਇੱਕ ਐਗਜ਼ਾਮਪਲ ਬਲੂਰਲ ਨੇ ਦਿੱਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਵੁੱਡ ਡੈਡ ਕਜ਼ਨ, ਇੱਕ ਐਗਜ਼ਾਮਪਲ ਦਿੱਤੀ ਸੀ ਉਹਨਾਂ ਨੇ ਵਰਡ ਸੈਲਡ ਦੀ। ਉਸ ਤੋਂ ਬਾਅਦ ਲੂਜ਼ਨਿੰਗ ਆ ਜਾਂਦੀ ਹੈ, ਦੈਨ ਕੋਗਨੀਟਿਵ ਸਲਿਪੇਜ, ਉਹ ਗੱਲ ਕਰਦੇ ਕਰਦੇ ਭੁੱਲ ਜਾਂਦੇ ਨੇ ਕਿ ਕੀ ਗੱਲ ਕਰ ਰਹੇ ਸੀਗੇ, ਕਾਫੀ ਟਾਈਮ ਤੱਕ ਉਹਨਾਂ ਨੂੰ ਗੱਲ ਯਾਦ ਹੀ ਨਹੀਂ ਆਉਂਦੀ, ਕਈ ਵਾਰੀ ਬਿਲਕੁਲ ਹੀ ਭੁੱਲ ਜਾਂਦੇ ਨੇ ਕਿ ਉਹ ਕੀ ਗੱਲ ਕਰ ਰਹੇ ਸੀਗੇ। ਉਸ ਤੋਂ ਬਾਅਦ ਨਿਓਲੋਗਿਜ਼ਮ ਆ ਜਾਂਦਾ ਜਿਸ ਦੇ ਵਿੱਚ ਕੀ ਹੁੰਦਾ ਹੈ ਜੋ ਫਾਰਮੇਸ਼ਨ ਨੂੰ ਨਿਊ ਵਰਡਸ ਦੀ ਕਰ ਦਿੰਦੇ ਨੇ, ਕੋਈ ਨਵੇਂ ਹੀ ਵਰਡਸ ਉਹ ਬਣਾ ਦਿੰਦੇ ਨੇ ਆਪਣੇ ਕੋਲੋਂ ਹੀ ਜਿਨ੍ਹਾਂ ਦੀ ਕੋਈ ਸੈਂਸ ਨਹੀਂ ਹੁੰਦਾ, ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ, ਉਹ ਆਪਣੇ ਹੀ ਨਵੇਂ ਵਰਡਸ ਇਸਟੈਬਲਿਸ਼ ਕਰ ਦਿੰਦੇ ਨੇ। ਦੈਨ ਫਰਦਰ ਇਜ਼ ਡਿਸਆਰਗਨਾਈਜ਼ਡ ਬਿਹੇਵੀਅਰ। ਸੋ ਗਾਇਸ ਇਸ ਦੇ ਵਿੱਚ ਕੀ ਹੁੰਦਾ ਇੱਕ ਗੋਲ ਡਾਇਰੈਕਟਡ ਜੋ ਐਕਟੀਵਿਟੀਜ਼ ਹੁੰਦੀਆਂ ਨੇ ਉਹ ਬਿਲਕੁਲ ਹੀ ਡਿਸਟਰਬ ਹੋ ਜਾਂਦੀਆਂ ਨੇ, ਜੋ ਪਰਸਨ ਹੁੰਦਾ ਉਹ ਕੁਝ ਵੀ ਆਪਣੀਆਂ ਜੋ ਗੋਲ ਡਾਇਰੈਕਟਡ ਐਕਟੀਵਿਟੀਜ਼ ਹੁੰਦੀਆਂ ਉਹਨੂੰ ਨਹੀਂ ਕਰ ਪਾਉਂਦਾ, ਜੋ ਉਹਦੀ ਡੇਲੀ ਲਾਈਫ ਫੰਕਸ਼ਨਿੰਗ ਹੁੰਦੀ ਹੈ ਉਹ ਵੀ ਨਹੀਂ ਪ੍ਰੋਪਰ ਕਰ ਸਕਦਾ ਉਹ। ਸੋ ਉਸ ਤੋਂ ਬਾਅਦ ਕੀ ਹੁੰਦਾ ਹੈ ਜੋ ਜੇ ਪਰਸਨ ਹੁੰਦਾ ਉਸਦੇ ਜੋ ਡੇਲੀ ਫੰਕਸ਼ਨਿੰਗ ਜਿਵੇਂ ਕਿ ਉਹ ਕੋਈ ਵੀ ਕੰਮ ਜਾਂ ਸੋਸ਼ਲ ਰਿਲੇਸ਼ਨਸ਼ਿਪਸ ਨਹੀਂ ਪ੍ਰੋਪਰ ਮੇਨਟੇਨ ਰੱਖ ਪਾਉਂਦਾ, ਆਪਣੀ ਕੇਅਰ ਨਹੀਂ ਕਰ ਪਾਉਂਦਾ। ਉਸ ਤੋਂ ਬਾਅਦ ਕੀ ਹੁੰਦਾ ਗ੍ਰੋਸਲੀ ਡਿਸਆਰਗਨਾਈਜ਼ਡ ਬਿਹੇਵੀਅਰ ਅਪੀਅਰਸ ਐਜ਼ ਸਿਲੀਨੈਸ ਐਂਡ ਅਨਯੂਜ਼ੁਅਲ ਡਰੈਸਅਪ। ਤਾਂ ਇਸ ਦੇ ਵਿੱਚ ਜੋ ਮੇਨ ਹੈ ਜੋ ਤਾਂ ਬਿਹੇਵੀਅਰ ਜੋ ਆ ਜਾਂਦਾ ਪਰਸਨ ਦਾ ਟੋਟਲੀ ਹੀ ਡਿਫਰੈਂਟ ਹੁੰਦਾ ਹੈ। ਇਸ ਦੇ ਵਿੱਚ ਕੀ ਹੁੰਦਾ ਜੋ ਪਰਸਨ ਸਰਦੀਆਂ ਦੇ ਵਿੱਚ ਗਰਮੀਆਂ ਵਾਲੇ ਕੱਪੜੇ ਪਾ ਲੈਂਦਾ ਹੈ, ਡਰੈਸਅਪ ਕਰ ਲੈਂਦਾ ਉੱਦਾਂ ਦੀ, ਜਾਂ ਫਿਰ ਗਰਮੀਆਂ ਦੇ ਵਿੱਚ ਸਰਦੀਆਂ ਵਾਲੀ ਡਰੈਸਅਪ ਕਰ ਲੈਂਦਾ ਹੈ, ਅਤੇ ਟੋਟਲੀ ਹੀ ਜਿਹਦਾ ਡਰੈਸਅਪ ਹੁੰਦਾ ਬਹੁਤ ਹੀ ਵੀਅਰਡ ਹੁੰਦਾ। ਸੋ ਉਸ ਤੋਂ ਬਾਅਦ ਆ ਜਾਂਦਾ ਗਾਇਸ ਕੈਟਾਟੋਨੀਆ।
ਇਸ ਦੇ ਵਿੱਚ ਕੀ ਹੁੰਦਾ, ਜੋ ਪਰਸਨ ਹੁੰਦਾ ਹੈ ਜੋ ਕੈਟਾਟੋਨੀਆ ਨਾਲ ਸਫਰ ਕਰ ਰਿਹਾ ਹੁੰਦਾ ਹੈ, ਉਸ ਵਿੱਚ ਬੇਸਿਕਲੀ ਕਿ ਉਹ ਕੋਈ ਵੀ ਜੋ ਆਪਣਾ ਇੱਕ ਪੋਸਚਰ ਦੇ ਵਿੱਚ ਇੱਕ ਹੋਲਡ ਕਰ ਲੈਂਦਾ ਇੱਕ ਅਨਯੂਜੂਅਲ ਪੋਸਚਰ ਨੂੰ, ਜੋ ਕਿ ਉਹ ਇੱਕ ਐਕਸਟੈਂਡ ਪੀਰੀਅਡ ਆਫ ਟਾਈਮ ਤੱਕ ਉਹ ਸੇਮ ਪੋਸਚਰ ਦੇ ਵਿੱਚ ਰਹਿੰਦਾ ਹੈ ਵਿਦਆਊਟ ਐਨੀ ਸਪੀਚ। ਉਹਦੀ ਐਬਸੈਂਸ ਆਫ ਸਪੀਚ ਹੋ ਜਾਂਦੀ ਹੈ, ਕੁਝ ਵੀ ਨਹੀਂ ਬੋਲਦਾ, ਉਹ ਸਿਰਫ ਇੱਕ ਪੋਸਚਰ ਦੇ ਵਿੱਚ ਹੀ ਉਹ ਖੜਾ ਰਹਿੰਦਾ ਹੈ ਬਹੁਤ ਟਾਈਮ ਤੱਕ। ਇਸ ਨੂੰ ਆਪਾਂ ਕੈਟਾਟੋਨਿਕ ਸਟੱਪਰ ਵੀ ਕਹਿ ਦਿੰਦੇ ਨੇ। ਉਸ ਤੋਂ ਬਾਅਦ ਗਾਈਜ਼ ਆਪਣਾ ਆ ਜਾਂਦਾ ਹੈ ਨੈਗੇਟਿਵ ਐਂਡ ਪੋਜ਼ੀਟਿਵ ਸਿੰਪਟਮਸ। ਸੋ ਬੇਸਿਕਲੀ ਜੋ ਨੈਗੇਟਿਵ ਸਿੰਪਟਮਸ ਹੁੰਦੇ ਨੇ, ਇਸ ਦੇ ਮਤਲਬ ਕੀ ਹੁੰਦਾ ਕਿ ਇੱਕ ਰਿਫਲੈਕਟ ਹੋ ਜਾਣਾ ਜਾਂ ਐਬਸੈਂਸ ਹੋ ਜਾਣਾ ਕਿਸੇ ਵੀ ਨੋਰਮਲੀ ਚੀਜ਼ ਦੀ, ਜੋ ਆਪਣੇ 'ਚ ਇੱਕ ਨੋਰਮਲ ਚੀਜ਼ ਪ੍ਰੈਜੈਂਟ ਹੈ ਉਸ ਦਾ ਐਬਸੈਂਟ ਹੋ ਜਾਣਾ, ਤਾਂ ਉਸਨੂੰ ਆਪਾਂ ਕੀ ਕਹਿੰਦੇ ਕਿ ਨੈਗੇਟਿਵ ਸਿੰਪਟਮਸ ਨੇ। ਜੋ ਬੇਸਿਕਲੀ ਜੋ ਇੰਪੋਰਟੈਂਟ ਨੈਗੇਟਿਵ ਸਿੰਪਟਮ ਨੇ ਸਕਿਜ਼ੋਫਰੇਨੀਆ ਦੇ ਵਿੱਚ, ਉਹ ਇੰਕਲੂਡ ਹੁੰਦੇ ਨੇ ਫਲੈਟ ਇਫੈਕਟ, ਐਲੋਗੀਆ, ਓਵਲੂਸ਼ਨ ਐਕਸੈਟਰਾ। ਜੋ ਪੋਜ਼ੀਟਿਵ ਸਿੰਪਟਮਸ ਹੁੰਦੇ ਨੇ, ਇਟ ਮੀਨਸ ਕਿ ਜੋ ਹੈ ਉਸ ਦੇ ਵਿੱਚ ਹੋਰ ਐਡੀਸ਼ਨ ਹੋ ਜਾਣੀ, ਕੁਝ ਵੀ ਐਕਸੈਸ ਡਿਸਟੋਰਸ਼ਨ ਹੋ ਜਾਣੀ ਹੈ ਆਪਣੀ ਨੋਰਮਲ ਬਿਹੇਵੀਅਰ ਦੇ ਵਿੱਚ, ਜਿੱਦਾਂ ਕਿ ਡਿਲੂਸ਼ਨ ਤੇ ਹੈਲੂਸੀਨੇਸ਼ਨਸ। ਸੋ ਗਾਇਜ਼ ਜੋ ਨੈਗੇਟਿਵ ਸਿੰਪਟਮਸ ਹੁੰਦੇ ਨੇ ਉਹਦੇ ਵਿੱਚ ਫਸਟ ਹੈ ਫਲੈਟ ਇਫੈਕਟ। ਫਲੈਟ ਇਫੈਕਟ ਦੇ ਵਿੱਚ ਕੀ ਹੁੰਦਾ ਕਿ ਜੋ ਪਰਸਨ ਹੁੰਦਾ ਉਸਦਾ ਕੋਈ ਵੀ ਫੇਸ਼ੀਅਲ ਐਕਸਪ੍ਰੈਸ਼ਨ ਨਹੀਂ ਸ਼ੋ ਕਰਦਾ, ਕਿੱਦਾਂ ਦੀ ਸਿਚੁਏਸ਼ਨ ਹੋਵੇ ਉਹਦੇ ਜੋ ਫੇਸ਼ੀਅਲ ਐਕਸਪ੍ਰੈਸ਼ਨ ਹੁੰਦੇ ਨੇ ਉਹ ਕੌਨਸਟੈਂਟ ਰਹਿੰਦੇ ਨੇ, ਉਹ ਬਿਲਕੁਲ ਵੀ ਚੇਂਜ ਨਹੀਂ ਕਰਦਾ। ਬਲੰਟ ਇਫੈਕਟ ਦੇ ਵਿੱਚ ਕੀ ਹੁੰਦਾ, ਜੋ ਉਸਦੇ ਫੇਸ਼ੀਅਲ ਐਕਸਪ੍ਰੈਸ਼ਨਸ ਹੁੰਦੇ ਨੇ ਉਹ ਮਾਈਨਰ ਫਾਰਮ ਦੇ ਵਿੱਚ ਹੁੰਦੇ ਨੇ, ਕਿ ਕਿਤੇ ਨਾ ਕਿਤੇ ਉਹ ਸ਼ੋ ਕਰ ਦਿੰਦਾ ਬਟ ਬਿਲਕੁਲ ਮਾਈਨਰ ਹੁੰਦੇ ਨੇ। ਬਟ ਫਲੈਟ ਇਫੈਕਟ ਦੇ ਵਿੱਚ ਉਹ ਬਿਲਕੁਲ ਵੀ ਸ਼ੋ ਨਹੀਂ ਕਰਦਾ। ਸੋ ਐਲਗੋਈਆ ਦੇ ਵਿੱਚ ਕੀ ਹੁੰਦਾ, ਇਸ ਵਿੱਚ ਥੋੜ੍ਹੀ ਮੋਟੀ ਲਿਟਲ ਸਪੀਚ ਹੁੰਦੀ ਹੈ ਕਿ ਉਹ ਜਿੰਨਾ ਕੁ ਉਹਨੂੰ ਪੁੱਛਿਆ ਜਾਊਗਾ ਉਹ ਵੀ ਅਗਰ ਉਸਦਾ ਮਨ ਕਰੇਗਾ ਉਹ ਤਾਂ ਹੀ ਬੋਲੇਗਾ, ਕਿ ਬਹੁਤ ਹੀ ਲਿਟਲ ਸਪੀਚ ਕਰਦਾ ਹੈ। ਐਵੋਲਿਊਸ਼ਨ ਦੇ ਵਿੱਚ ਕੀ ਹੁੰਦੀ ਹੈ ਕਿ ਉਹ ਇਨੀਸ਼ੀਏਟ ਨਹੀਂ ਲੈਂਦਾ ਕੋਈ ਵੀ ਆਪਣੇ ਗੋਲ ਡਾਇਰੈਕਟਡ ਬਿਹੇਵੀਅਰ ਕਰਨ ਦੇ ਵਿੱਚ, ਉਹਦੀ ਇੱਕ ਇਨਐਬਿਲਿਟੀ ਹੁੰਦੀ ਹੈ ਕਿ ਕੋਈ ਵੀ ਇੱਕ ਨਵਾਂ ਕੰਮ ਸ਼ੁਰੂ ਕਰ ਨਹੀਂ ਸਕਦਾ, ਉਸਨੂੰ ਮਤਲਬ ਬਹੁਤ ਹੀ ਉਹਦਾ ਬਿਹੇਵੀਅਰ ਹੁੰਦਾ ਬਹੁਤ ਹੀ ਸਲੀਜਾ ਹੋ ਜਾਂਦਾ ਹੈ ਕਿ ਉਹ ਕੋਈ ਵੀ ਕੰਮ ਕਰਨਾ ਨਹੀਂ ਚਾਹੁੰਦਾ, ਕੋਈ ਵੀ ਇਨੀਸ਼ੀਏਟ ਕੋਈ ਵੀ ਗੋਲ ਡਾਇਰੈਕਟ ਨਹੀਂ ਕਰਨਾ ਚਾਹੁੰਦਾ। ਸੋ ਉਸ ਤੋਂ ਬਾਅਦ ਹੈ ਐਨੀਟੋਨੀਆ ਡੋਨੀਆ। ਇਸ ਦੇ ਵਿੱਚ ਕੀ ਹੁੰਦਾ ਹੈ ਇਨਐਬਿਲਿਟੀ ਟੂ ਐਕਸਪੀਰੀਅੰਸ ਪਲੈਜ਼ਰ। ਉਹ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜੋ ਪਲੈਜ਼ਰ ਫੀਲ ਨਹੀਂ ਕਰ ਪਾਉਂਦਾ, ਮਤਲਬ ਉਸਨੂੰ ਕਦੇ ਪਲੈਜ਼ਰ ਉਹ ਲੈ ਹੀ ਨਹੀਂ ਸਕਦਾ। ਉਸ ਤੋਂ ਬਾਅਦ ਕਹਿੰਦੇ ਕੈਜ਼ੂਅਲ ਫੈਕਟਰ ਆਫ ਸਕਿਜ਼ੋਫਰੇਨੀਆ ਆ ਜਾਂਦੇ ਨੇ ਕਿ ਕੀ ਫੈਕਟਰਸ ਹੋ ਸਕਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ, ਕਿੱਥੋਂ ਸਕਿਜ਼ੋਫਰੇਨੀਆ ਡਿਵੈਲਪ ਹੋ ਸਕਦਾ ਹੈ। ਸੋ ਫਸਟ ਜੈਨੇਟਿਕ ਫੈਕਟਰਸ ਥਰੂ ਆਪਣੇ ਜੀਨਸ ਦੇ ਜੋ ਹੈ ਆਪਣਾ ਸਕਿਜ਼ੋਫਰੇਨੀਆ ਦੇ ਚਾਂਸਿਸ ਹੋ ਸਕਦੇ ਨੇ। ਕੁਝ ਸਟੱਡੀਜ਼ ਸ਼ੋ ਹੋਈਆਂ ਸੀ, ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੈ, ਅਗਰ ਕਿਸੇ ਨੂੰ ਫੈਮਿਲੀ ਦੇ ਵਿੱਚ ਕਿਸੇ ਨੂੰ ਸਕਿਜ਼ੋਫਰੇਨੀਆ ਹੈ ਤਾਂ ਇੱਥੇ 10% ਚਾਂਸਿਸ ਹੋ ਸਕਦੇ ਨੇ ਕਿ ਉਸ ਦੀ ਅੱਗੇ ਫਰਦਰ ਕਿਸੇ ਨੂੰ 10% ਚਾਂਸਿਸ ਹੋ ਸਕਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ। ਬਟ ਅਗਰ ਫੈਮਿਲੀ ਹਿਸਟਰੀ ਨਹੀਂ ਹੈਗੀ ਤਾਂ ਦੈਨ ਬਿਲੋ 1% ਚਾਂਸਿਸ ਹੁੰਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ। ਉਸ ਤੋਂ ਬਾਅਦ ਮੋਲੀਕੂਲਰ ਜੈਨੇਟਿਕਸ ਆ ਜਾਂਦੇ ਨੇ। ਪ੍ਰੀਨੈਟਲ ਐਕਸਪੋਜ਼ਰ ਹੋ ਸਕਦਾ ਹੈ। ਪ੍ਰੀਨੈਟਲ ਐਕਸਪੋਜ਼ਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੋਈ ਵੀ ਇੱਦਾਂ ਦਾ ਵਾਇਰਲ ਇੰਜੈਕਸ਼ਨ ਲੈ ਲੈਣਾ ਮਦਰ ਨੇ ਜਦੋਂ ਉਹ ਪ੍ਰੈਗਨੈਂਟ ਨੇ, ਉਦੋਂ ਜੋ ਉਸਦੇ ਬੇਬੀ 'ਤੇ ਇਫੈਕਟ ਪੈ ਜਾਣਾ, ਦੈਨ ਉਦੋਂ ਚਾਂਸ ਹੋ ਸਕਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ। ਪ੍ਰੈਗਨੈਂਸੀ ਐਂਡ ਬਰਥ ਕੰਪਲੀਕੇਸ਼ਨਸ ਅਗਰ ਹੋ ਜਾਂਦੀਆਂ ਨੇ ਤਾਂ ਅਗਰ ਉਦੋਂ ਕੋਈ ਪ੍ਰੋਪਰ ਕੋਈ ਡਿਫੀਕਲਟੀ ਆ ਜਾਂਦੀ ਹੈ ਦੈਨ ਉਦੋਂ ਵੀ ਚਾਂਸਿਸ ਹੋ ਸਕਦੇ ਨੇ ਕਿ ਸਕਿਜ਼ੋਫਰੇਨੀਆ ਡਿਵੈਲਪ ਹੋ ਸਕਦਾ। ਮੈਟਰਨਲ ਸਟ੍ਰੈਸ ਅਗਰ ਸਟ੍ਰੈਸ ਜਦੋਂ ਹਾਰਮੋਨਲ ਅਗਰ ਮਦਰ ਕੋਈ ਸਟ੍ਰੈਸ ਲੈ ਰਹੀ ਹੈ ਡਿਊਰਿੰਗ ਪ੍ਰੈਗਨੈਂਸੀ ਤਾਂ ਉਸਦਾ ਜੋ ਇਫੈਕਟ ਉਹ ਬੱਚੇ 'ਤੇ ਵੀ ਪੈਂਦਾ। ਦੈਨ ਉਸ ਤੋਂ ਬਾਅਦ ਹੈ ਅਰਲੀ ਨਿਊਟ੍ਰੀਸ਼ਨ ਡੈਫੀਸ਼ੈਂਸੀ। ਅਗਰ ਮਦਰ ਨੂੰ ਪ੍ਰੋਪਰ ਨਿਊਟ੍ਰੀਸ਼ਨਸ ਨਹੀਂ ਮਿਲ ਰਹੇ ਤਾਂ ਉਸਦਾ ਜੋ ਇਫੈਕਟ ਹੈ ਉਸਦੇ ਬੱਚੇ 'ਤੇ ਪਏਗਾ। ਦੈਨ ਉਸਨੂੰ ਚਾਂਸਿਸ ਹੋ ਸਕਦੇ ਨੇ ਕਿ ਅਗਰ ਉਸਦੇ ਪ੍ਰੋਪਰ ਔਰਗਨਸ ਵਗੈਰਾ ਡਿਵੈਲਪ ਨਹੀਂ ਹੋਣਗੇ, ਅਗਰ ਉਸਦਾ ਪ੍ਰੋਪਰ ਜੋ ਬ੍ਰੇਨ ਹੈ ਡਿਵੈਲਪ ਨਹੀਂ ਹੋਏਗਾ ਦੈਨ ਦੇਰ ਇਜ਼ ਅ ਚਾਂਸ ਆਫ ਸਕਿਜ਼ੋਫਰੇਨੀਆ। ਦੈਨ ਉਸ ਤੋਂ ਬਾਅਦ ਪੇਰੈਂਟਲ ਏਜ ਆ ਜਾਂਦੀ ਹੈ। ਜਦੋਂ ਪੇਰੈਂਟਸ ਦੀ ਜੋ ਏਜ ਹੈ ਬਹੁਤ ਹੀ ਜ਼ਿਆਦਾ ਹੈ ਦੈਨ ਉਹਦਾ ਇਫੈਕਟ ਚਿਲਡਰਨ 'ਤੇ ਪੈਂਦਾ ਹੈ। ਉਸ ਤੋਂ ਬਾਅਦ ਡਰੱਗ ਯੂਜ਼ੇਜ ਆ ਜਾਂਦੀ ਹੈ। ਇਫ ਦ ਇੰਟੀਮੇਸੀ ਟਾਈਮ ਅਗਰ ਪੇਰੈਂਟਸ ਨੇ ਡਰੱਗ ਯੂਜ਼ ਕੀਤੀ ਹੈ, ਡਰੱਗ ਕੰਜ਼ਿਊਮ ਕੀਤੀ ਹੈ ਦੈਨ ਦੇਰ ਇਜ਼ ਅ ਚਾਂਸਿਸ ਆਫ ਸਕਿਜ਼ੋਫਰੇਨੀਆ ਕਿ ਅੱਗੇ ਜਾ ਕੇ ਫਰਦਰ ਉਹ ਡਿਵੈਲਪ ਹੋ ਸਕਦੇ ਨੇ। ਦੈਨ ਇੱਕ ਟਵਿਨ ਸਟੱਡੀ ਹੋਈ ਸੀ ਜੋ ਪਹਿਲੀ ਹੈ ਆਈਡੈਂਟੀਕਲ ਟਵਿਨਸ ਦੇ ਉੱਪਰ ਹੋਈ ਸੀਗੀ। ਇਸ ਸਟੱਡੀ ਨੇ ਸ਼ੋ ਕੀਤਾ ਸੀਗਾ ਕਿ 48% ਚਾਂਸਿਸ ਹੁੰਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ ਇਨ ਆਈਡੈਂਟੀਕਲ ਟਵਿਨਸ, ਬਿਕੋਜ਼ ਇਹ ਮੋਨੋਜਾਈਗੋਟਿਕ ਹੁੰਦੇ ਨੇ, ਮੀਨਸ ਇਹ ਸੇਮ ਸੈਲ ਤੋਂ ਡਿਵੈਲਪ ਹੋਏ ਹੁੰਦੇ ਨੇ। ਦੈਨ ਦੇਰ ਇਜ਼ ਅ 48% ਚਾਂਸਿਸ ਆਫ ਸਕਿਜ਼ੋਫਰੇਨੀਆ। ਦੈਨ ਫਰਟਰਨਲ ਟਵਿਨਸ ਦੇ ਵਿੱਚ ਆ ਜਾਂਦੇ ਨੇ 70% ਚਾਂਸਿਸ, ਯਾਨੀ ਕਿ ਜੋ ਡਾਇਜ਼ਾਗੋਟਿਕ ਟਵਿਨਸ ਹੁੰਦੇ ਨੇ ਉਹਨਾਂ ਦੇ ਵਿੱਚ ਜੋ ਕਿ ਇੱਕ ਡਿਫਰੈਂਟ ਸੈਲ ਤੋਂ ਬਣੇ ਹੁੰਦੇ ਨੇ ਦੈਨ ਉਹਨਾਂ ਦੇ ਵਿੱਚ ਜੋ 17% ਚਾਂਸਿਸ ਹੁੰਦੇ ਨੇ। ਸੋ ਚਿਲਡਰਨਸ ਦੇ ਵਿੱਚ 30% ਚਾਂਸਿਸ ਹੁੰਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ, ਸਿਬਲਿੰਗਸ ਦੇ ਵਿੱਚ 90% ਐਂਡ ਪੇਰੈਂਟਸ ਦੇ ਵਿੱਚ 60%। ਦੈਨ ਗ੍ਰੈਂਡ ਚਿਲਡਰਨ ਦੇ ਵਿੱਚ 5% ਚਾਂਸਿਸ ਹੁੰਦੇ ਨੇ।
ਅਡੋਪਸ਼ਨ ਦੇ ਵਿੱਚ 16.6% ਚਾਂਸਿਸ ਹੁੰਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ। ਦੈਨ ਜਨਰਲ ਪੋਪੂਲੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ 0.7% ਚਾਂਸਿਸ ਹੁੰਦੇ ਨੇ ਸਕਿਜ਼ੋਫਰੇਨੀਆ ਡਿਵੈਲਪ ਹੋਣ ਦੇ। ਸੋ ਕਨਕਲੂਜਨ ਵਿੱਚ ਆਪਾਂ ਕਹਿ ਸਕਦੇ ਹਾਂ ਗਾਇਸ ਕਿ ਸਕਿਜ਼ੋਫਰੇਨੀਆ ਇੱਕ ਸਵੀਅਰ ਮੈਂਟਲ ਡਿਸਆਰਡਰ ਹੈ ਜਿਸ ਦੇ ਵਿੱਚ ਇੱਕ ਐਰੇ ਆਫ ਡਿਵਰਸ ਸਿੰਪਟਮਸ ਇਨਕਲੂਡ ਹੁੰਦੇ ਨੇ, ਲਾਈਕ ਐਕਸਟ੍ਰੀਮ ਆਡੀਸ਼ਨਲ ਪਰਸੈਪਸ਼ਨਸ ਹੋ ਜਾਣੀਆਂ, ਥਿੰਕਿੰਗ ਦੇ ਵਿੱਚ ਪ੍ਰੋਬਲਮ ਆ ਜਾਣੀ, ਐਕਸ਼ਨਸ ਦੇ ਵਿੱਚ ਪ੍ਰੋਬਲਮ ਆ ਜਾਣੀ, ਸੈਂਸ ਆਫ ਸੈਲਫ ਐਂਡ ਮੈਨਰਸ ਆਫ ਰਿਲੇਟਿੰਗ ਟੂ ਅਦਰਸ ਟੋਟਲੀ ਕੀ ਹੋ ਜਾਂਦੀ ਹੈ, ਡਿਫਰੈਂਟ ਹੋ ਜਾਂਦੀ, ਡਾਇਵਰਸ ਹੋ ਜਾਂਦੀ ਹੈ ਦੈਨ ਰਿਐਲਿਟੀ ਦੇ ਨਾਲ। So this is all about schizophrenia. Guys, if you have any doubt then please let me know. And मैं इसकी जो PDF है ये भी मैं डिस्क्रिप्शन ਦੇ ਵਿੱਚ ਪਾ ਦੂੰਗੀ, ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ। ਐਂਡ ਹੋਪ ਸੋ ਗਾਇਸ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਏਗਾ। ਸੋ ਗਾਇਸ ਲਾਸਟ ਥੈਂਕ ਯੂ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਦੈਨ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ, ਅਤੇ ਲਾਈਕ ਓਬਵੀਅਸਲੀ ਹੈ ਨਾ, ਅਗਰ ਤੁਹਾਨੂੰ ਪਸੰਦ ਆਏ ਤਾਂ ਲਾਈਕ ਤਾਂ ਜ਼ਰੂਰ ਕਰਨਾ। ਸੋ ਗਾਇਸ ਕਮੈਂਟ ਕਰਕੇ ਦੱਸਿਓ ਕਿ ਆਪਾਂ ਹੋਰ ਕੀ ਇੰਪਰੂਵਮੈਂਟ ਕਰ ਸਕਦੇ ਹਾਂ, ਤੁਹਾਡੀ ਵੇਟ ਕਰਾਂਗੇ। ਸੋ ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ।